ਮੁੱਢਲੀ ਰਾਜਨੀਤਿਕ ਜਾਗ ਤੇ ਸਰਗਰਮੀਆਂ। ਜਸਵੰਤ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ। ਉਸਨੇ ਮਾਰਚ 1968 ਵਿੱਚ ਸਰਕਾਰੀ ਹਾਈ ਸਕੂਲ ਖਾਲੜਾ ਤੋਂ 10ਵੀਂ ਦਾ ਇਮਤਿਹਾਨ ਚੰਗੇ ਨੰਬਰ ਲੈ ਕੇ ਪਾਸ ਕੀਤਾ। 5ਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਉਸਨੇ 1963 ਵਿੱਚ ਨੈਸ਼ਨਲ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਪਾਸ ਕਰਕੇ ਅਵਾਰਡ ਹਾਸਲ ਕੀਤਾ ਸੀ। ਅਪ੍ਰੈਲ 1968 ਵਿੱਚ ਉਸਨੇ ਉਚੇਰੀ ਵਿੱਦਿਆ ਹਾਸਲ ਕਰਨ ਦੇ ਇਰਾਦੇ ਨਾਲ ਗੁਰੂ ਅਰਜਨ ਦੇਵ ਕਾਲਜ ਤਰਨਤਾਰਨ ਵਿੱਚ ਪ੍ਰੀ ਯੂਨੀਵਰਸਿਟੀ ਨਾਨ ਮੈਡੀਕਲ ਵਿੱਚ ਦਾਖਲਾ ਲੈ ਲਿਆ ਸੀ। ਉਸ ਵੇਲੇ ਭਾਰਤ ਅੰਦਰ ਨਕਸਲਬਾੜੀ ਲਹਿਰ ਦਾ ਬੋਲਬਾਲਾ ਹੋ ਚੁੱਕਾ ਸੀ। ਉਹਨਾਂ ਦਿਨਾਂ ਅੰਦਰ ਪੰਜਾਬ ਦੀ ਪ੍ਰਮੁੱਖ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦਾ ਵਿਦਿਆਰਥੀਆਂ ਵਿੱਚ ਤਕੜਾ ਪ੍ਰਭਾਵ ਬਣ ਗਿਆ ਸੀ। ਮੌਕੇ ਦੇ ਰਾਜਸੀ ਮਾਹੌਲ ਦੇ ਅਸਰ ਹੇਠ ਜਸਵੰਤ ਸਿੰਘ ਵੀ ਆਪਣੇ ਕਾਲਜ ਅੰਦਰ ਪੰਜਾਬ ਸਟੂਡੈਂਟਸ ਯੂਨੀਅਨ ਦੀਆਂ ਮੋਹਰੀ ਸਫਾਂ ਵਿੱਚ ਸ਼ਾਮਲ ਹੋ ਗਿਆ ਸੀ। ਉਸ ਵੇਲੇ ਕਾਲਜਾਂ ਅੰਦਰ ਹੜਤਾਲਾਂ ਤੇ ਰੋਸ ਮੁਜ਼ਾਹਰੇ ਆਮ ਗੱਲ ਸੀ। ਕਾਲਜ ਦੇ ਅਧਿਕਾਰੀਆਂ ਨੇ ਜਸਵੰਤ ਸਿੰਘ ਨੂੰ ਵਿਦਿਆਰਥੀ ਘੋਲਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਬਦਲੇ 1969 ਵਿੱਚ ਫਾਈਨਲ ਇਮਤਿਹਾਨ ਵਿੱਚ ਬੈਠਣ ਦੀ ਆਗਿਆ ਨਾ ਦਿੱਤੀ, ਜਿਸ ਕਰਕੇ ਉਸ ਨੂੰ ਪ੍ਰੀ ਯੂਨੀਵਰਸਿਟੀ ਦੀ ਪ੍ਰੀਖਿਆ ਪ੍ਰਾਈਵੇਟ ਦੇਣੀ ਪਈ ਸੀ। ਉਸ ਤੋਂ ਬਾਅਦ ਸਮਾਜ ਨੂੰ ਚੰਗਾ ਬਣਾਉਣ ਲਈ ਚੱਲ ਰਹੇ ਸੰਘਰਸ਼ਾਂ ਵੱਲ ਝੁਕਾਅ ਹੋ ਜਾਣ ਕਰਕੇ ਜਸਵੰਤ ਸਿੰਘ ਨੇ ਸਾਇੰਸ ਦਾ ਵਿਸ਼ਾ ਛੱਡ ਕੇ BA ਕਰਨ ਦਾ ਮਨ ਬਣਾ ਲਿਆ। ਰੋਜ਼ਾਨਾ ਘਰੋਂ ਪੜ੍ਹਨ ਜਾਣ ਦੇ ਇਰਾਦੇ ਨਾਲ ਉਸਨੇ ਗੁਰੂ ਅਰਜਨ ਦੇਵ ਕਾਲਜ ਤਰਨਤਾਰਨ ਛੱਡ ਕੇ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਵਿੱਚ ਦਾਖਲਾ ਲੈ ਲਿਆ ਸੀ। ਪਲੇਠੀ ਗ੍ਰਿਫਤਾਰੀ। ਅਕਤੂਬਰ 1972 ਵਿੱਚ ਮੋਗੇ ਕਾਲਜ ਦੇ ਵਿਦਿਆਰਥੀਆਂ ਦਾ ਇੱਕ ਸਥਾਨਕ ਸਿਨੇਮੇ ਰੀਗਲ ਸਿਨੇਮਾ ਦੇ ਮਾਲਕਾਂ ਨਾਲ ਟਿਕਟਾਂ ਦੀ ਬਲੈਕ ਵਿੱਚ ਹੋ ਰਹੀ ਵਿਕਰੀ ਨੂੰ ਰੋਕਣ ਲਈ ਝਗੜਾ ਹੋ ਗਿਆ ਸੀ। ਪ੍ਰਚਲਿਤ ਦਸਤੂਰ ਮੁਤਾਬਕ ਪੁਲਿਸ ਸਿਨੇਮੇ ਦੇ ਮਾਲਕਾਂ ਦੀ ਪਿੱਠ ਤੇ ਆਣ ਖੜੋਤੀ। 5 ਤੇ 7 ਅਕਤੂਬਰ ਨੂੰ ਪੁਲਿਸ ਨੇ ਰੋਸ ਮੁਜ਼ਾਹਰਾ ਕਰਦੇ ਵਿਦਿਆਰਥੀਆਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ 2 ਵਿਦਿਆਰਥੀਆਂ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀ ਮਾਰੇ ਗਏ ਸਨ। ਪੁਲਿਸ ਦੀ ਇਸ ਹਨੇਰਗਰਦੀ ਦੇ ਵਿਰੁੱਧ ਸਾਰੇ ਪੰਜਾਬ ਅੰਦਰ ਵਿਦਿਆਰਥੀ ਅੰਦੋਲਨ ਭੜਕ ਪਏ ਸਨ। ਪਿੰਡਾਂ ਤੇ ਸ਼ਹਿਰਾਂ ਦੀ ਆਮ ਜਨਤਾ ਵੀ ਵਿਦਿਆਰਥੀਆਂ ਦੀ ਹਮਾਇਤ ਵਿੱਚ ਨਿੱਤਰ ਆਈ ਸੀ। ਇਸ ਤਰ੍ਹਾਂ ਦਿਨਾਂ ਅੰਦਰ ਹੀ ਪੰਜਾਬ ਅੰਦਰ ਸਰਕਾਰ ਦੇ ਵਿਰੁੱਧ ਤਾਕਤਵਰ ਜਨਤਕ ਵਿਦਰੋਹ ਪੈਦਾ ਹੋ ਗਿਆ ਸੀ। ਹਰ ਸ਼ਹਿਰ ਤੇ ਕਸਬੇ ਅੰਦਰ ਰੋਹ ਭਰਪੂਰ ਮੁਜ਼ਾਹਰੇ ਹੋ ਰਹੇ ਸਨ। ਜਗ੍ਹਾ-ਜਗ੍ਹਾ ਮੁਜ਼ਾਹਰਾਕਾਰੀਆਂ ਦੀਆਂ ਪੁਲਿਸ ਨਾਲ ਝੜਪਾਂ ਹੋਈਆਂ। ਪੁਲਿਸ ਨੰਗੇ ਜ਼ਬਰ ਤੇ ਉਤਰ ਆਈ ਸੀ। ਇਸ ਭਖੇ ਮਾਹੌਲ ਵਿੱਚ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਦੇ ਵਿਦਿਆਰਥੀਆਂ ਨੇ ਵੀ ਝਬਾਲ ਕਸਬੇ ਵਿੱਚ ਰੋਸ ਭਰਪੂਰ ਮੁਜ਼ਾਹਰਾ ਕੀਤਾ। ਜਸਵੰਤ ਸਿੰਘ ਖਾਲੜਾ ਇਸ ਮੁਜ਼ਾਹਰੇ ਦੀ ਅਗਵਾਈ ਕਰਨ ਵਾਲਿਆਂ ਵਿੱਚ ਸ਼ਾਮਲ ਸੀ। ਪੁਲਿਸ ਨੇ ਮੁਜ਼ਾਹਰਾਕਾਰੀਆਂ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਜਸਵੰਤ ਸਿੰਘ ਦੀ ਇਹ ਜੀਵਨ ਦੀ ਪਹਿਲੀ ਗ੍ਰਿਫਤਾਰੀ ਸੀ। ਪੁਲਿਸ ਨੇ ਹਿਰਾਸਤ ਵਿੱਚ ਲਏ ਵਿਅਕਤੀਆਂ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਭੇਜ ਦਿੱਤਾ। ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਪਿੰਡ ਸੁਰ ਸਿੰਘ ਵੀ ਸੀ, ਜਿਹੜਾ ਉਸ ਵੇਲੇ ਨਕਸਲਬਾੜੀ ਲਹਿਰ ਤੇ ਵਿਚਾਰਧਾਰਾ ਦਾ ਡਟਵਾਂ ਹਿਮਾਇਤੀ ਸੀ। ਜੇਲ੍ਹਾਂ ਆਮ ਤੌਰ ਤੇ ਰਾਜਸੀ ਵਿੱਦਿਆ ਤੇ ਸਿਖਲਾਈ ਦਾ ਕੇਂਦਰ ਹੋ ਨਿਬੜੀਆਂ ਹਨ, ਜਿੱਥੇ ਰਾਤ-ਦਿਨ ਰਾਜਸੀ ਵਿਚਾਰ ਚਰਚਾ ਚੱਲਦੀ ਰਹਿੰਦੀ ਹੈ। ਇਸ ਤਰੀਕੇ ਨਾਲ ਜਸਵੰਤ ਸਿੰਘ ਲਈ ਜੀਵਨ ਦੀ ਪਲੇਠੀ ਜੇਲ੍ਹ ਯਾਤਰਾ ਉਸ ਦੇ ਰਾਜਸੀ ਸਫ਼ਰ ਦਾ ਪਹਿਲਾ ਮੁਕਾਮ ਬਣ ਗਈ। ਵਰਿਆਮ ਸਿੰਘ ਸੰਧੂ ਦੀ ਪ੍ਰੇਰਨਾ ਨਾਲ ਉਸ ਦੀ ਸੋਚ ਉੱਤੇ ਨਕਸਲੀ ਵਿਚਾਰਧਾਰਾ ਦਾ ਰੰਗ ਚੜ੍ਹ ਗਿਆ ਸੀ। ਜਥੇਬੰਦੀ ਦਾ ਮੁੱਢਲਾ ਅਨੁਭਵ। ਮੋਗਾ ਐਜੀਟੇਸ਼ਨ ਤੋਂ ਬਾਅਦ ਪੰਜਾਬ ਭਰ ਅੰਦਰ ਪੜ੍ਹੇ ਲਿਖੇ ਪੇਂਡੂ ਨੌਜਵਾਨ ਭਾਰਤ ਸਭਾ ਦੇ ਝੰਡੇ ਹੇਠ ਜਥੇਬੰਦ ਹੋਣ ਲੱਗੇ। ਮਾਲਵਾ ਖੇਤਰ ਅੰਦਰ ਪਿੰਡਾਂ ਵਿੱਚ ਵਿਆਪਕ ਪੈਮਾਨੇ ਤੇ ਨੌਜਵਾਨ ਭਾਰਤ ਸਭਾਵਾਂ ਬਣਨ ਲੱਗੀਆਂ। 1973 ਦੇ ਦੂਜੇ ਅੱਧ ਵਿੱਚ ਜਾ ਕੇ ਇਹ ਨੌਜਵਾਨ ਲਹਿਰ ਮਾਝੇ ਤੱਕ ਫੈਲ ਗਈ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ, ਖਾਸ ਕਰਕੇ ਤਰਨਤਾਰਨ, ਭਿੱਖੀਵਿੰਡ ਅਤੇ ਅਜਨਾਲਾ ਦੇ ਖੇਤਰਾਂ ਅੰਦਰ ਪਿੰਡਾਂ ਵਿੱਚ ਨੌਜਵਾਨ ਭਾਰਤ ਸਭਾਵਾਂ ਬਣਾਉਣ ਦੀ ਪੁਰਜ਼ੋਸ਼ ਮੁਹਿੰਮ ਚੱਲ ਪਈ ਸੀ। ਇਸ ਮੁਹਿੰਮ ਦੇ ਚੱਲਦਿਆਂ ਜਸਵੰਤ ਸਿੰਘ ਨੇ ਨਾ ਸਿਰਫ ਖਾਲੜਾ ਪਿੰਡ ਵਿੱਚ ਨੌਜਵਾਨ ਭਾਰਤ ਸਭਾ ਬਣਾਈ, ਸਗੋਂ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਸਭਾਵਾਂ ਬਣਾਉਣ ਦੇ ਕਾਰਜ ਵਿੱਚ ਲੱਕ ਬੰਨ੍ਹ ਕੇ ਜੁਟ ਗਿਆ ਸੀ। ਛੇਤੀ ਹੀ ਉਹ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਨੌਜਵਾਨ ਭਾਰਤ ਸਭਾ ਦਾ ਸਿਰ ਕੱਢ ਆਗੂ ਬਣ ਕੇ ਉੱਭਰ ਆਇਆ ਸੀ। ਜਸਵੰਤ ਸਿੰਘ ਨੇ ਨਵੀਂ ਪਹਿਲ ਕਦਮੀ ਕਰਦਿਆਂ ਖਾਲੜਾ ਪਿੰਡ ਵਿੱਚ ਕਮਰਾ ਕਿਰਾਏ ਤੇ ਲੈ ਕੇ
ਨੌਜਵਾਨਾਂ ਅੰਦਰ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਇੱਕ ਛੋਟੀ ਜਿਹੀ ਲਾਇਬ੍ਰੇਰੀ ਬਣਾਈ ਅਤੇ ਹੋਰਨਾਂ ਪਿੰਡਾਂ ਅੰਦਰ ਵੀ ਨੌਜਵਾਨਾਂ ਨੂੰ ਇਸੇ ਤਰਜ਼ ਤੇ ਲਾਇਬ੍ਰੇਰੀਆਂ ਬਣਾਉਣ ਲਈ ਪ੍ਰੇਰਿਆ। ਪਿੰਡ ਖਾਲੜਾ ਵਿੱਚ ਸਥਾਨਕ ਕਾਂਗਰਸੀਆਂ ਨੇ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦੌਰਾਨ ਆਪਣੀਆਂ ਸਭਾਵਾਂ ਕਾਇਮ ਕਰਨ ਲਈ ਪਿੰਡ ਵਿੱਚ ਇੱਕ ਕਾਂਗਰਸ ਭਵਨ ਬਣਾਇਆ ਹੋਇਆ ਸੀ। ਜਸਵੰਤ ਸਿੰਘ ਨੇ ਨੌਜਵਾਨ ਭਾਰਤ ਸਭਾ ਵਿੱਚ ਸਰਗਰਮ ਹੋਣ ਉਪਰੰਤ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਚਿਰਾਂ ਤੋਂ ਬੰਦ ਪਏ ਉਸ ਕਾਂਗਰਸ ਭਵਨ ਨੂੰ ਖੋਲ੍ਹ ਕੇ ਉਸ ਦੀ ਸਫਾਈ ਕੀਤੀ ਅਤੇ ਉਸ ਉੱਤੇ ਨੌਜਵਾਨ ਭਾਰਤ ਸਭਾ ਦਾ ਝੰਡਾ ਲਹਿਰਾ ਕੇ ਉਸ ਵਿੱਚ ਸਭਾ ਦਾ ਦਫ਼ਤਰ ਚਾਲੂ ਕਰ ਦਿੱਤਾ ਸੀ। ਉਸ ਵੇਲੇ ਕਿਸਾਨਾਂ ਨੂੰ ਖੇਤੀ ਲਈ ਲੋੜੀਂਦੀਆਂ ਵਸਤਾਂ, ਰੇਹ, ਡੀਜ਼ਲ, ਤੇਲ ਤੇ ਕੀੜੇਮਾਰ ਦਵਾਈਆਂ ਆਦਿ ਦੀ ਥੁੜ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਸੀ। ਵਪਾਰੀਆਂ ਨੇ ਵੱਧ ਮੁਨਾਫੇ ਕਮਾਉਣ ਦੀ ਲਾਲਸਾ ਅਧੀਨ ਇਹਨਾਂ ਵਸਤਾਂ ਦੇ ਜ਼ਖੀਰੇ ਕਰ ਲਏ ਸਨ ਅਤੇ ਕਿਸਾਨਾਂ ਦੀ ਲੋੜ ਦਾ ਨਜਾਇਜ਼ ਫਾਇਦਾ ਉਠਾ ਕੇ ਬਲੈਕ ਵਿੱਚ ਮਹਿੰਗੀਆਂ ਕੀਮਤਾਂ ਉੱਤੇ ਵਸਤਾਂ ਦੀ ਵਿਕਰੀ ਕਰਨ ਦਾ ਕਾਲਾ ਧੰਦਾ ਸ਼ੁਰੂ ਕਰ ਰੱਖਿਆ ਸੀ। ਕਿਸਾਨਾਂ ਅੰਦਰ ਇਸ ਨਹੱਕੀ ਲੁੱਟ-ਖਸੁੱਟ ਦੇ ਖਿਲਾਫ ਭਾਰੀ ਰੋਸ ਜਮ੍ਹਾਂ ਹੋ ਗਿਆ। ਕਈ ਥਾਵਾਂ ਤੇ ਕਿਸਾਨਾਂ ਤੇ ਪੇਂਡੂ ਨੌਜਵਾਨਾਂ ਨੇ ਇਕੱਠੇ ਹੋ ਕੇ ਜ਼ਖੀਰੇਬਾਜ਼ਾਂ ਦੇ ਗੁਦਾਮਾਂ ਨੂੰ ਘੇਰ ਕੇ ਜਮ੍ਹਾਂ ਕੀਤੀ ਖਾਦ ਤੇ ਡੀਜ਼ਲ ਤੇਲ ਆਮ ਕੀਮਤਾਂ ਉੱਤੇ ਵੇਚਣ ਲਈ ਮਜਬੂਰ ਕਰ ਦਿੱਤਾ ਸੀ। ਉਸ ਸਮੇਂ ਦੌਰਾਨ ਜਸਵੰਤ ਸਿੰਘ ਖਾਲੜਾ ਨੇ ਇਲਾਕੇ ਦੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਕਈ ਥਾਵਾਂ ਤੇ ਗੁਦਾਮਾਂ ਉੱਤੇ ਛਾਪੇ ਮਾਰੇ ਅਤੇ ਜਮ੍ਹਾਂ ਕੀਤੇ ਖਾਦ ਤੇ ਡੀਜ਼ਲ ਤੇਲ ਕਿਸਾਨਾਂ ਨੂੰ ਵਾਜਬ ਕੀਮਤਾਂ ਤੇ ਮੁਹੱਈਆ ਕਰਵਾਏ ਸਨ। ਇਸ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ 1973-74 ਵਿੱਚ ਨੌਜਵਾਨ ਭਾਰਤ ਸਭਾ ਨੇ ਪੇਂਡੂ ਸਮਾਜ ਵਿੱਚ ਵੱਡੇ ਪੱਧਰ ਤੇ ਫੈਲ ਚੁੱਕੀਆਂ ਕੁਝ ਸਮਾਜਿਕ ਬੁਰਾਈਆਂ ਦੇ ਵਿਰੁੱਧ ਇੱਕ ਵਿਆਪਕ ਮੁਹਿੰਮ ਛੇੜੀ ਸੀ, ਜਿਸ ਵਿੱਚ ਵਿਆਹਾਂ, ਮਰਨਿਆਂ ਤੇ ਹੋਰਨਾਂ ਸਮਾਜਿਕ ਰਹੁ ਰੀਤਾਂ ਉੱਤੇ ਹੋ ਰਹੇ ਬੇਲੋੜੇ ਖਰਚਿਆਂ ਵਿੱਚ ਕਟੌਤੀ ਕਰਨ ਅਤੇ ਸਮਾਜਿਕ ਰਸਮਾਂ ਤੇ ਸਮਾਗਮਾਂ ਨੂੰ ਦਿਖਾਵੇ ਦੇ ਰੋਗ ਤੋਂ ਸੁਰਖਰੂ ਕਰਨ ਲਈ ਕਰੜੇ ਨਿਯਮ ਬਣਾਏ ਗਏ ਸਨ। ਵਿਆਹ ਵਿੱਚ 11 ਬੰਦਿਆਂ ਤੋਂ ਜ਼ਿਆਦਾ ਬਰਾਤ ਨਹੀਂ ਜਾ ਸਕਦੀ ਸੀ। ਦਾਜ ਦਹੇਜ ਮਨ੍ਹਾ ਕਰ ਦਿੱਤਾ ਸੀ। ਮੋੜਵੀਂ ਮਕਾਨ ਜਾਣ ਦੀ ਫਜ਼ੂਲ ਰਸਮ ਬੰਦ ਕਰ ਦਿੱਤੀ ਸੀ, ਆਦਿ। ਇਹਨਾਂ ਨਿਯਮਾਂ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਭਾਰੀ ਜੁਰਮਾਨੇ ਤਜਵੀਜ਼ ਕੀਤੇ ਗਏ ਸਨ। ਪਿੰਡਾਂ ਦੇ ਲੋਕਾਂ, ਖਾਸ ਕਰਕੇ ਗਰੀਬ ਵਰਗਾਂ ਨੇ ਇਸ ਮੁਹਿੰਮ ਦਾ ਪੁਰਜੋਸ਼ ਸਵਾਗਤ ਕੀਤਾ ਸੀ, ਜਿਸ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਣਮੰਨੇ ਚਿੱਤ ਨਾਲ ਇਸ ਮੁਹਿੰਮ ਦੀ ਹਮਾਇਤ ਕਰਨੀ ਪਈ ਸੀ। ਜਸਵੰਤ ਸਿੰਘ ਖਾਲੜੇ ਨੇ ਇਸ ਮੁਹਿੰਮ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ। ਇਸ ਦਾ ਹੀ ਅਸਰ ਸੀ ਕਿ 1981 ਵਿੱਚ ਜਦੋਂ ਜਸਵੰਤ ਸਿੰਘ ਦਾ ਆਪਣਾ ਵਿਆਹ ਹੋਇਆ ਤਾਂ ਉਸਨੇ ਕੋਈ ਦਾਜ ਦਹੇਜ ਨਹੀਂ ਲਿਆ ਸੀ ਅਤੇ ਉਹ ਆਪਣੇ ਨਾਲ ਕੇਵਲ 10 ਬਰਾਤੀ ਹੀ ਲੈ ਕੇ ਗਿਆ ਸੀ। ਭਾਵੇਂ ਇਸ ਦੇ ਲਈ ਉਸਨੂੰ ਆਪਣੇ ਕੁਝ ਰਿਸ਼ਤੇਦਾਰਾਂ ਦੀ ਸਖਤ ਨਾਰਾਜ਼ਗੀ ਝੱਲਣੀ ਪਈ ਸੀ, ਕਿਉਂਕਿ 4 ਭਰਾਵਾਂ ਵਿੱਚੋਂ ਇਕੱਲਾ ਉਸਦਾ ਹੀ ਵਿਆਹ ਇੱਥੇ ਹੋਇਆ ਸੀ। ਦੂਸਰੇ 3 ਭਰਾਵਾਂ ਦੇ ਵਿਆਹ ਬਾਹਰਲੇ ਮੁਲਕਾਂ ਵਿੱਚ ਹੀ ਹੋਏ ਸਨ, ਜਿਸ ਕਰਕੇ ਰਿਸ਼ਤੇਦਾਰ ਆਪਣੀਆਂ ਸਾਰੀਆਂ ਰੀਝਾਂ ਜਸਵੰਤ ਸਿੰਘ ਦੀ ਬਰਾਤ ਵਿੱਚ ਸ਼ਾਮਲ ਹੋ ਕੇ ਪੂਰੀਆਂ ਕਰਨੀਆਂ ਚਾਹੁੰਦੇ ਸਨ। ਨਕਸਲੀ ਲਹਿਰ ਦੇ ਅੰਗ-ਸੰਗ। ਇਸੇ ਸਮੇਂ ਦੌਰਾਨ ਜਸਵੰਤ ਸਿੰਘ ਦਾ ਵਰਿਆਮ ਸਿੰਘ ਸੰਧੂ ਦੇ ਜ਼ਰੀਏ ਨਕਸਲੀ ਲਹਿਰ ਨਾਲ ਨਾਤਾ ਜੁੜ ਗਿਆ ਸੀ। ਛੇਤੀ ਹੀ ਉਹ ਪੰਜਾਬ ਦੇ ਇੱਕ ਨਕਸਲੀ ਧੜੇ, ਜਿਸ ਨੂੰ ਨਾਗੀ ਰੈਡੀ ਗਰੁੱਪ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦਾ ਰਸਮੀ ਤੌਰ ਤੇ ਮੈਂਬਰ ਬਣ ਗਿਆ ਸੀ। ਰੂਪੋਸ਼ ਜਥੇਬੰਦੀ ਦੀ ਮਰਿਆਦਾ ਅਨੁਸਾਰ ਜਸਵੰਤ ਸਿੰਘ ਨੂੰ ਉਸ ਨਕਸਲੀ ਜਥੇਬੰਦੀ ਦਾ ਮੈਂਬਰ ਬਣਾਉਣ ਮੌਕੇ ਉਸ ਦਾ ਫਰਜ਼ੀ ਨਾਂ ਜਗਦੀਪ ਰੱਖਿਆ ਗਿਆ ਸੀ। ਉਦੋਂ ਕਿਸੇ ਨੂੰ ਇਸ ਗੱਲ ਦਾ ਚਿੱਤ-ਚੇਤਾ ਵੀ ਨਹੀਂ ਸੀ ਕਿ ਜਸਵੰਤ ਸਿੰਘ ਨੇ 2 ਦਹਾਕਿਆਂ ਬਾਅਦ ਜਾ ਕੇ ਸੱਚਮੁੱਚ ਹੀ ਜੱਗ ਦਾ ਦੀਪ ਬਣ ਜਾਣਾ ਸੀ। BA ਪਾਸ ਕਰਨ ਤੋਂ ਬਾਅਦ ਉਸਨੇ ਨੌਕਰੀ ਕਰਨ ਦਾ ਮਨ ਬਣਾਇਆ। 1973 ਵਿੱਚ ਉਸਨੇ ਦੋਸਤਾਂ ਮਿੱਤਰਾਂ ਨਾਲ ਰਲ ਕੇ ਹੋਮਗਾਰਡ ਮਹਿਕਮੇ ਵਿੱਚ ਨੌਕਰੀ ਲਈ ਦਰਖਾਸਤ ਦੇ ਦਿੱਤੀ ਸੀ, ਜਿਹੜੀ ਕਿ ਝੱਟ ਪ੍ਰਵਾਨ ਹੋ ਗਈ ਸੀ, ਪਰ ਉਸਦੇ ਮਨ ਨੇ ਇਹ ਨੌਕਰੀ ਕਰਨ ਦੀ ਹਾਮੀ ਨਾ ਭਰੀ। ਥੋੜੇ ਹੀ ਵਕਫੇ ਬਾਅਦ ਉਸਨੂੰ ਪੰਚਾਇਤ ਸਕੱਤਰ ਦੀ ਨੌਕਰੀ ਮਿਲ ਗਈ। ਉਸਨੂੰ ਆਪਣੇ ਹੀ ਇਲਾਕੇ ਵਿੱਚ ਵਲਟੋਹਾ ਬਲਾਕ ਦਾ ਚਾਰਜ ਮਿਲ ਗਿਆ ਸੀ। ਇਸੇ ਦੌਰਾਨ 1974 ਦੇ ਸਾਲ ਵਿੱਚ ਜਸਵੰਤ ਸਿੰਘ ਨੇ ਆਪਣੇ ਕੁਝ ਦੋਸਤਾਂ ਨਾਲ ਰਲ ਕੇ ਕੈਨੇਡਾ ਨੂੰ ਪ੍ਰਵਾਸ ਕਰ ਜਾਣ ਦਾ ਮਨ ਬਣਾ ਲਿਆ ਸੀ। ਇਸ ਵਾਸਤੇ ਉਸਨੇ ਪਾਸਪੋਰਟ ਸਮੇਤ ਹੋਰ ਲੋੜੀਂਦੇ ਕਾਗਜ਼ ਪੱਤਰ ਵੀ ਤਿਆਰ ਕਰ ਲਏ ਸਨ, ਪਰ ਬਾਪੂ ਜੀ ਦੇ ਮਨ੍ਹਾ ਕਰਨ ਤੇ ਉਸਨੇ ਆਪਣਾ ਬਾਹਰ ਜਾਣ ਦਾ ਇਰਾਦਾ ਥਾਂਏ ਤਿਆਗ ਦਿੱਤਾ ਸੀ।
ਇਸ ਗੱਲ ਤੋਂ ਉਸ ਦਾ ਮਾਪਿਆਂ ਦੀਆਂ ਇੱਛਾਵਾਂ ਉੱਤੇ ਫੁੱਲ ਚੜਾਉਣ ਅਤੇ ਆਪਣੀਆਂ ਨਿੱਜੀ ਖਾਹਿਸ਼ਾਂ ਨੂੰ ਕੁਰਬਾਨ ਕਰ ਦੇਣ ਦਾ ਸਦਾਚਾਰਕ ਗੁਣ ਜ਼ਾਹਰ ਹੁੰਦਾ ਹੈ। ਦਸੰਬਰ 1974 ਵਿੱਚ ਜਸਵੰਤ ਸਿੰਘ ਨੇ ਆਪਣੇ ਪਿੰਡ ਵਿੱਚ ਨੌਜਵਾਨ ਭਾਰਤ ਸਭਾ ਦਾ ਸੂਬਾ ਪੱਧਰ ਦਾ ਇਜਲਾਸ ਕਰਵਾਇਆ। ਇਹ ਇਜਲਾਸ ਉਸੇ ਕਾਂਗਰਸ ਭਵਨ ਵਿੱਚ ਕਰਵਾਇਆ ਗਿਆ ਸੀ ਜਿਸ ਵਿੱਚ ਥੋੜ੍ਹਾ ਹੀ ਚਿਰ ਪਹਿਲਾਂ ਨੌਜਵਾਨ ਭਾਰਤ ਸਭਾ ਦਾ ਦਫ਼ਤਰ ਚਾਲੂ ਕੀਤਾ ਗਿਆ ਸੀ। 2 ਦਿਨ ਲਗਾਤਾਰ ਚੱਲੇ ਇਸ ਇਜਲਾਸ ਵਿੱਚ ਸਾਰੇ ਪੰਜਾਬ ਤੋਂ ਦਰਜਨਾਂ ਦੀ ਗਿਣਤੀ ਵਿੱਚ ਡੈਲੀਗੇਟ ਪਹੁੰਚੇ ਸਨ। ਇਸ ਨਾਲ ਜਸਵੰਤ ਸਿੰਘ ਖਾਲੜਾ ਦੀ ਸੂਬਾਈ ਆਗੂ ਵਜੋਂ ਪਛਾਣ ਸਥਾਪਿਤ ਹੋ ਗਈ ਸੀ। ਜਸਵੰਤ ਸਿੰਘ ਦੀ ਪ੍ਰੇਰਣਾ ਤੇ ਰਹਿਨੁਮਾਈ ਹੇਠ ਨੌਜਵਾਨ ਭਾਰਤ ਸਭਾ ਦੇ ਮੈਂਬਰਾਂ ਨੇ ਇਲਾਕੇ ਅੰਦਰ ਪੁਲਿਸ ਅਫਸਰਾਂ ਵੱਲੋਂ ਪੇਂਡੂ ਲੋਕਾਂ ਨਾਲ ਕੀਤੀਆਂ ਜਾਂਦੀਆਂ ਵਧੀਕੀਆਂ ਖਿਲਾਫ ਤਿੱਖੀ ਆਵਾਜ਼ ਬੁਲੰਦ ਕੀਤੀ। ਨੌਜਵਾਨਾਂ ਦੇ ਜਥੇਬੰਦਕ ਦਬਾਅ ਹੇਠ ਭਿੱਖੀਵਿੰਡ ਤੇ ਖਾਲੜਾ ਦੇ ਹੈਂਕੜਬਾਜ਼ ਥਾਣੇਦਾਰਾਂ ਨੂੰ ਲਾਈਨ ਹਾਜ਼ਰ ਹੋਣਾ ਪਿਆ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਦੀਆਂ ਵਧੀਕੀਆਂ ਖਿਲਾਫ ਲੜਨ ਦਾ ਜਜ਼ਬਾ ਜਸਵੰਤ ਸਿੰਘ ਦੇ ਮਨ ਅੰਦਰ ਜਮਾਂਦਰੂ ਤੌਰ ਤੇ ਮੌਜੂਦ ਸੀ ਅਤੇ ਲੋਕਾਂ ਦੇ ਮਨਾਂ ਵਿੱਚੋਂ ਪੁਲਿਸ ਦਾ ਖੌਫ ਦੂਰ ਕਰਨ ਦੀ ਲੋੜ ਦਾ ਉਸ ਨੂੰ ਬਹੁਤ ਚਿਰ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ। 23 ਮਾਰਚ 1975 ਨੂੰ ਨੌਜਵਾਨ ਭਾਰਤ ਸਭਾ ਵੱਲੋਂ ਅੰਮ੍ਰਿਤਸਰ ਵਿਖੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਯਾਦ ਵਿੱਚ ਜ਼ਿਲ੍ਹਾ ਪੱਧਰ ਦਾ ਸ਼ਹੀਦੀ ਸਮਾਗਮ ਕੀਤਾ ਗਿਆ ਸੀ। ਜਸਵੰਤ ਸਿੰਘ ਨੇ ਉਸ ਸਮਾਗਮ ਨੂੰ ਸਫਲ ਬਣਾਉਣ ਲਈ ਭਾਰੀ ਮਿਹਨਤ ਕੀਤੀ ਸੀ। ਉਸ ਨੇ ਦਰਜਨਾਂ ਪਿੰਡਾਂ ਅੰਦਰ ਰੈਲੀਆਂ ਕਰਕੇ ਨੌਜਵਾਨਾਂ ਨੂੰ ਸ਼ਹੀਦੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਸੀ। ਜਸਵੰਤ ਸਿੰਘ ਦੀਆਂ ਜਨਤਕ ਸਰਗਰਮੀਆਂ ਇੰਨੀਆਂ ਵੱਧ ਗਈਆਂ ਸਨ ਕਿ ਉਸ ਕੋਲ ਨੌਕਰੀ ਤੇ ਜਾਣ ਦੀ ਵਿਹਲ ਨਹੀਂ ਸੀ, ਪਰ ਇਲਾਕੇ ਅੰਦਰ ਉਸ ਦਾ ਇੰਨਾ ਮਾਣ ਸਤਿਕਾਰ ਬਣ ਗਿਆ ਸੀ ਕਿ ਇਲਾਕੇ ਦੇ ਸਰਪੰਚ ਉਸ ਕੋਲ ਆਪ ਘਰ ਆ ਕੇ ਰਜਿਸਟਰਾਂ ਉੱਤੇ ਦਸਖਤ ਕਰਵਾ ਲੈਂਦੇ ਸਨ। ਉਸ ਦੇ ਨੌਕਰੀ ਤੇ ਹਾਜ਼ਰ ਨਾ ਹੋਣ ਦਾ ਕਿਸੇ ਨੇ ਇਤਰਾਜ਼ ਨਹੀਂ ਕੀਤਾ ਸੀ। 26 ਜੂਨ 1975 ਨੂੰ ਇੰਦਰਾ ਗਾਂਧੀ ਨੇ ਦੇਸ਼ ਅੰਦਰ ਐਮਰਜੈਂਸੀ ਲਾਗੂ ਕਰਕੇ ਲੋਕਾਂ ਦੇ ਸਾਰੇ ਬੁਨਿਆਦੀ ਤੇ ਜਮਹੂਰੀ ਹੱਕ ਖੋਹ ਲਏ ਸਨ ਅਤੇ ਸਰਕਾਰ ਵਿਰੋਧੀ ਆਗੂਆਂ ਤੇ ਜਨਤਕ ਘੁਲਾਟੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਅੰਦਰ ਡੱਕ ਦਿੱਤਾ ਸੀ। ਜਸਵੰਤ ਸਿੰਘ ਖਾਲੜਾ ਦੇ ਬਹੁਤ ਸਾਰੇ ਸਾਥੀ ਵੀ ਗ੍ਰਿਫਤਾਰ ਕਰ ਲਏ ਗਏ ਸਨ, ਪਰ ਉਹ ਆਪ ਗ੍ਰਿਫਤਾਰੀ ਤੋਂ ਬਚਣ ਲਈ ਰੂਪੋਸ਼ ਹੋ ਗਿਆ ਸੀ। ਰੂਪੋਸ਼ ਹੋ ਕੇ ਉਸਨੇ ਗੁਪਤਵਾਸ ਨਕਸਲੀ ਜਥੇਬੰਦੀ ਦੇ ਅੰਗ ਵਜੋਂ ਸਰਕਾਰੀ ਜ਼ਬਰ ਦੇ ਵਿਰੁੱਧ ਪ੍ਰਚਾਰ ਦੀ ਵਿਆਪਕ ਮੁਹਿੰਮ ਚਲਾਈ। ਹੱਥ ਪਰਚੇ ਤੇ ਦੁਵਰਕੇ ਆਦਿ ਛਾਪ ਕੇ ਚੋਰੀ ਛੁਪੇ ਲੋਕਾਂ ਵਿੱਚ ਵੰਡੇ ਗਏ। ਇਸ ਦੌਰਾਨ ਜਸਵੰਤ ਸਿੰਘ ਦੇ ਕੁਝ ਸਾਥੀ ਪ੍ਰਚਾਰ ਸਰਗਰਮੀਆਂ ਕਰਦੇ ਪੁਲਿਸ ਦੇ ਹੱਥ ਆ ਗਏ ਸਨ ਅਤੇ ਉਹਨਾਂ ਉੱਤੇ ਪੁਲਿਸ ਨੇ ਅੰਨਾ ਜ਼ਬਰ ਢਾਇਆ ਸੀ। 9ਵੇਂ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ। ਦੇਸ਼ ਅੰਦਰ ਚੱਲ ਰਹੇ ਹਕੂਮਤੀ ਜ਼ਬਰ ਤੇ ਦਹਿਸ਼ਤ ਦੇ ਉਸ ਮਾਹੌਲ ਵਿੱਚ ਸਿੱਖ ਜਗਤ ਨੇ 1975 ਵਿੱਚ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ 3ਜੀ ਸ਼ਤਾਬਦੀ ਪੂਰੀ ਸ਼ਰਧਾ ਤੇ ਉਮਾਂ ਨਾਲ ਮਨਾਈ ਸੀ। ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਨੇ ਦਹਿਸ਼ਤ ਦੇ ਮਾਹੌਲ ਦੀ ਰਤੀ ਵੀ ਪਰਵਾਹ ਕੀਤੇ ਬਿਨਾਂ ਬਾਬਾ ਬਕਾਲਾ ਸਾਹਿਬ ਤੋਂ ਲੈ ਕੇ ਦਿੱਲੀ ਗੁਰਦੁਆਰਾ ਰਕਾਬਗੰਜ ਸਾਹਿਬ ਤੱਕ ਪ੍ਰਭਾਵਸ਼ਾਲੀ ਨਗਰ ਕੀਰਤਨ ਕੱਢਿਆ ਸੀ। ਉਸ ਨਗਰ ਕੀਰਤਨ ਦਾ ਵੈਸੇ ਤਾਂ ਰਸਤੇ 'ਚ ਹਰ ਜਗ੍ਹਾ ਹੀ ਭਰਵਾਂ ਸਵਾਗਤ ਹੋਇਆ ਸੀ, ਪਰ ਤਰਨਤਾਰਨ ਦੇ ਇਲਾਕੇ ਵਿੱਚ ਨਗਰ ਕੀਰਤਨ ਨੂੰ ਲਾਮਿਸਾਲ ਹੁੰਗਾਰਾ ਮਿਲਿਆ ਸੀ। ਸੰਗਤਾਂ ਨੇ ਹਜ਼ਾਰਾਂ ਦੀ ਸੰਖਿਆ ਵਿੱਚ ਸੜਕਾਂ ਉੱਤੇ ਖੜੇ ਹੋ ਕੇ 9ਵੇਂ ਪਾਤਸ਼ਾਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਸਨ। ਉਸ ਵੇਲੇ ਜਸਵੰਤ ਸਿੰਘ ਨੇ ਸ਼ਹੀਦੀ ਸ਼ਤਾਬਦੀ ਦੇ ਚਲਦਿਆਂ ਆਪਣੇ ਪਿੰਡ ਵਿੱਚ ਨੌਜਵਾਨ ਭਾਰਤ ਸਭਾ ਦੇ ਵਰਕਰਾਂ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਦੀ ਮੁਕੱਦਸ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਕਰਵਾਇਆ ਸੀ। ਜਸਵੰਤ ਸਿੰਘ ਨੇ ਪਿੰਡ ਦੇ ਨੌਜਵਾਨਾਂ ਨਾਲ ਰਲ ਕੇ ਪਾਠ ਵੀ ਆਪ ਕੀਤਾ ਸੀ ਅਤੇ ਸਾਰੀ ਸੇਵਾ ਸਭਾ ਦੇ ਵਰਕਰਾਂ ਨੇ ਰਲ ਮਿਲ ਕੇ ਨਿਭਾਈ ਸੀ। ਭੋਗ ਉਪਰੰਤ ਪਿੰਡ ਵਿੱਚ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ ਸੀ। ਨਗਰ ਕੀਰਤਨ ਦੀ ਅਗਵਾਈ ਕਰਨ ਵਾਲੇ 5 ਪਿਆਰਿਆਂ ਦੇ ਪਿੱਛੇ 5 ਚੋਣਵੇਂ ਸਿੰਘ ਬੰਦੂਕਾਂ ਲੈ ਕੇ ਚੱਲ ਰਹੇ ਸਨ ਅਤੇ ਉਹਨਾਂ ਦੇ ਪਿੱਛੇ 40 ਦੇ ਕਰੀਬ ਸਿੰਘ ਰਵਾਇਤੀ ਹਥਿਆਰਾਂ, ਤੇਗਾਂ, ਬਰਸ਼ੇ ਤੇ ਸਫਾ ਜੰਗ ਆਦਿ ਨਾਲ ਚੱਲ ਰਹੇ ਸਨ। ਜਦੋਂ ਨਗਰ ਕੀਰਤਨ ਥਾਣੇ ਦੇ ਮੂਹਰਿਓਂ ਲੰਘਿਆ ਤਾਂ ਬੰਦੂਕਾਂ ਵਾਲੇ 5 ਸਿੰਘਾਂ ਨੇ ਇੱਕ-ਇੱਕ ਫਾਇਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਲਾਮੀ ਦਿੱਤੀ ਸੀ। ਜਸਵੰਤ ਸਿੰਘ ਮੁਤਾਬਕ ਇਸ ਸਮੇਂ ਦੇ ਹਾਕਮਾਂ ਨੂੰ ਸੰਕੇਤਕ ਚੇਤਾਵਨੀ ਦਿੱਤੀ ਗਈ ਸੀ
ਕਿ ਜੇਕਰ ਜ਼ੁਲਮ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਇਹ ਹੱਥ ਹਥਿਆਰਾਂ ਤੱਕ ਵੀ ਜਾ ਸਕਦੇ ਹਨ। ਉਸ ਵੇਲੇ ਪੁਲਿਸ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਥਾਂ-ਥਾਂ ਛਾਪੇ ਮਾਰ ਰਹੀ ਸੀ, ਪਰ ਉਹ 3 ਦਿਨਾਂ ਤੱਕ ਜਿੰਨਾ ਚਿਰ ਪਿੰਡ ਰਿਹਾ, ਨਾ ਪਿੰਡ ਦੇ ਕਿਸੇ ਬੰਦੇ ਨੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਨਾ ਹੀ ਪਿੰਡ ਦੇ ਥਾਣੇ ਦੇ ਕਿਸੇ ਮੁਲਾਜ਼ਮ ਨੇ ਉਸ ਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ। ਸਗੋਂ ਸਾਰਾ ਕਾਰਜ ਨਿਪਟ ਜਾਣ ਤੋਂ ਬਾਅਦ ਰਾਤ ਨੂੰ ਪਿੰਡ ਦੇ ਥਾਣੇ ਦੇ ਮੁਖੀ, ਜਿਹੜਾ ਕਿ ਗੁਰਸਿੱਖ ਸੀ, ਨੇ ਜਸਵੰਤ ਸਿੰਘ ਨੂੰ ਘਰ ਸੁਨੇਹਾ ਭੇਜਿਆ ਸੀ ਕਿ ਪ੍ਰੋਗਰਾਮ ਸੁੱਖੀ ਸਾਂਦੀ ਨੇਪਰੇ ਚੜ੍ਹ ਗਿਆ ਅਤੇ ਹੁਣ ਉਸ ਨੂੰ ਰਾਤ ਨੂੰ ਪਿੰਡ ਵਿੱਚੋਂ ਖਿਸਕ ਜਾਣਾ ਚਾਹੀਦਾ ਹੈ, ਕਿਉਂਕਿ ਮੇਰੇ ਉੱਤੇ ਉੱਪਰੋਂ ਗ੍ਰਿਫਤਾਰੀ ਲਈ ਦਬਾਅ ਪੈ ਰਿਹਾ ਏ। ਉਸ ਰਾਤ 9ਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਯਾਦ ਵਿੱਚ ਖਾਲੜਾ ਪਿੰਡ ਵਿੱਚ ਉੱਘੇ ਨਾਟਕਕਾਰ ਸਰਦਾਰ ਗੁਰਸ਼ਰਨ ਸਿੰਘ ਉਰਫ ਮੰਨਾ ਸਿੰਘ ਦੇ ਸਿੱਖੀ ਸਪਿਰਿਟ ਵਿੱਚ ਰੰਗੇ 2 ਨਾਟਕ ਗੁਰੂ ਲਾਧੋ ਰੇ ਤੇ ਇਹ ਲਹੂ ਕਿਸਦਾ ਹੈ ਕਰਵਾਏ ਗਏ ਸਨ। ਅਗਲਾ ਦਿਨ ਚੜ੍ਹਨ ਤੋਂ ਪਹਿਲਾਂ ਜਸਵੰਤ ਸਿੰਘ ਥਾਣੇਦਾਰ ਦੇ ਸੁਨੇਹੇ ਉੱਤੇ ਅਮਲ ਕਰਦਿਆਂ ਚੁੱਪ-ਚੁਪੀਤਾ ਪਿੰਡ ਤੋਂ ਖਿਸਕ ਗਿਆ ਸੀ। ਜਸਵੰਤ ਸਿੰਘ ਦੀਆਂ ਸਰਕਾਰ ਵਿਰੋਧੀ ਕਾਰਵਾਈਆਂ ਕਰਕੇ ਉਸ ਨੂੰ 1974 ਵਿੱਚ ਪੰਚਾਇਤ ਸਕੱਤਰ ਦੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ। ਪਰ ਜਦੋਂ 1977 ਵਿੱਚ ਐਮਰਜੈਂਸੀ ਖਤਮ ਹੋਈ ਅਤੇ ਚੋਣਾਂ ਅੰਦਰ ਇੰਦਰਾ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸ ਪਾਰਟੀ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਅਤੇ ਕੇਂਦਰ ਵਿੱਚ ਵਿਰੋਧੀ ਪਾਰਟੀਆਂ ਦੇ ਗੱਠਜੋੜ ਜਨਤਾ ਪਾਰਟੀ ਦੀ ਸਰਕਾਰ ਬਣ ਗਈ, ਤਾਂ ਪੰਜਾਬ ਵਿੱਚ ਵੀ ਚੋਣਾਂ ਅੰਦਰ ਕਾਂਗਰਸ ਪਾਰਟੀ ਨੂੰ ਹੁੰਝਾ ਫਿਰ ਗਿਆ ਸੀ ਅਤੇ ਅਕਾਲੀ ਦਲ ਦੀ ਅਗਵਾਈ ਹੇਠ ਨਵੀਂ ਸਰਕਾਰ ਕਾਇਮ ਹੋ ਗਈ ਸੀ। ਅਕਾਲੀ ਸਰਕਾਰ ਨੇ ਕਾਂਗਰਸ ਸਰਕਾਰ ਵੱਲੋਂ ਚੁੱਕੇ ਜਾਬਰ ਕਦਮਾਂ ਨੂੰ ਦੂਰ ਕਰਨ ਦੀ ਕੜੀ ਵਜੋਂ ਜਸਵੰਤ ਸਿੰਘ ਦੀ ਨੌਕਰੀ ਮੁੜ ਬਹਾਲ ਕਰ ਦਿੱਤੀ ਸੀ। ਮਾਰਚ 1977 ਦੀ ਪਾਰਲੀਮੈਂਟਰੀ ਚੋਣ। ਫਰਵਰੀ 1977 ਵਿੱਚ ਇੰਦਰਾ ਗਾਂਧੀ ਨੂੰ ਮਜਬੂਰਨ ਐਮਰਜੈਂਸੀ ਖਤਮ ਕਰਨੀ ਪੈ ਗਈ ਸੀ ਅਤੇ ਮਾਰਚ ਵਿੱਚ ਲੋਕ ਸਭਾ ਦੀਆਂ ਚੋਣਾਂ ਕਰਾਉਣ ਦਾ ਐਲਾਨ ਹੋ ਗਿਆ ਸੀ। ਅਕਾਲੀ ਪਾਰਟੀ ਨੇ ਚੋਣਾਂ ਹਰ ਹੀਲੇ ਜਿੱਤਣ ਲਈ ਆਪਣੇ ਪਹਿਲੀ ਕਤਾਰ ਦੇ ਆਗੂ ਖੜੇ ਕਰਨ ਦੀ ਚੋਣ ਰਣਨੀਤੀ ਬਣਾਈ ਸੀ, ਜਿਸ ਦੇ ਤਹਿਤ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੂੜ ਨੂੰ ਉਮੀਦਵਾਰ ਬਣਾਇਆ ਗਿਆ ਸੀ। ਉਸ ਵੇਲੇ ਜਥੇਦਾਰ ਤੂੜ ਜਸਵੰਤ ਸਿੰਘ ਨੂੰ ਮਿਲਣ ਲਈ ਆਪ ਚੱਲ ਕੇ ਘਰ ਆਇਆ। ਉਸਨੇ ਜਸਵੰਤ ਸਿੰਘ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ, ਜਿਹੜੀ ਜਸਵੰਤ ਸਿੰਘ ਨੇ ਅਦਬ ਤੇ ਨਿਮਰਤਾ ਸਹਿਤ ਠੁਕਰਾ ਦਿੱਤੀ ਸੀ। ਪਰ ਉਸਨੇ ਤੂੜ ਦੀ ਪ੍ਰਚਾਰ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸਹਿਮਤੀ ਦੇ ਦਿੱਤੀ ਸੀ। ਜਸਵੰਤ ਸਿੰਘ ਜਥੇਦਾਰ ਤੂੜ ਨਾਲ ਜਾ ਕੇ ਜਗ੍ਹਾ-ਜਗ੍ਹਾ ਕਾਨਫਰੰਸਾਂ ਵਿੱਚ ਬੋਲਿਆ ਸੀ। ਇੱਕ ਜਗ੍ਹਾ ਪੰਜਾਬ ਐਂਡ ਸਿੰਧ ਬੈਂਕ ਦੇ ਮਾਲਕ ਸਰਦਾਰ ਇੰਦਰਜੀਤ ਸਿੰਘ ਨੇ ਜਸਵੰਤ ਸਿੰਘ ਨੂੰ ਜਦੋਂ ਬੋਲਦੇ ਸੁਣਿਆ ਤਾਂ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਜਦੋਂ ਉਹ ਬੋਲ ਕੇ ਸਟੇਜ ਤੋਂ ਹੇਠਾਂ ਉਤਰਿਆ ਤਾਂ ਸਰਦਾਰ ਇੰਦਰਜੀਤ ਸਿੰਘ ਉਸ ਨੂੰ ਉਚੇਚਾ ਆ ਕੇ ਮਿਲਿਆ ਅਤੇ ਕਹਿਣ ਲੱਗਾ, ਬੋਲਣ ਤੋਂ ਚੰਗਾ ਪੜ੍ਹਿਆ ਲਿਖਿਆ ਹੋਣ ਦਾ ਪ੍ਰਭਾਵ ਬਣਦਾ ਹੈ। ਜਦੋਂ ਜਸਵੰਤ ਸਿੰਘ ਨੇ ਆਪਣੀ ਵਿਦਿਅਕ ਯੋਗਤਾ ਦੱਸੀ ਤਾਂ ਸਰਦਾਰ ਇੰਦਰਜੀਤ ਸਿੰਘ ਨੇ ਉਸ ਨੂੰ ਖੜੇ ਪੈਰ ਆਪਣੇ ਬੈਂਕ ਵਿੱਚ ਮੈਨੇਜਰ ਦੀ ਨੌਕਰੀ ਦੀ ਪੇਸ਼ਕਸ਼ ਕਰ ਦਿੱਤੀ। ਜਸਵੰਤ ਸਿੰਘ ਨੇ ਨੌਕਰੀ ਦੀ ਪੇਸ਼ਕਸ਼ ਲਈ ਸਰਦਾਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਜਵਾਬ ਦਿੱਤਾ ਸੀ ਕਿ ਮੈਂ ਆਪਣਾ ਜੀਵਨ ਲੋਕਾਂ ਦੀ ਸੇਵਾ ਦੇ ਲੇਖੇ ਲਾਉਣ ਦਾ ਫੈਸਲਾ ਕਰ ਚੁੱਕਾ ਅਤੇ ਇਸ ਤੋਂ ਬਿਨਾਂ ਮੇਰੀ ਹੋਰ ਕੋਈ ਇੱਛਾ ਨਹੀਂ ਰਹੀ। ਸਰਦਾਰ ਇੰਦਰਜੀਤ ਸਿੰਘ ਨੇ ਉਸ ਵੱਲ ਹੈਰਾਨੀ ਤੇ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਤੱਕਿਆ ਅਤੇ ਬੜੇ ਤਪਾਕ ਨਾਲ ਉਸ ਦੇ ਮੋਢੇ ਤੇ ਹੱਥ ਰੱਖ ਕੇ ਉਸ ਦੇ ਸੁੱਚੇ ਜਜ਼ਬੇ ਦੀ ਦਾਦ ਦਿੱਤੀ ਸੀ। ਐਮਰਜੈਂਸੀ ਦੇ ਜਾਬਰ ਰਾਜ ਦਾ ਖਾਤਮਾ ਹੋ ਜਾਣ ਉਪਰੰਤ ਲੋਕਾਂ ਦੇ ਸਾਰੇ ਵਰਗਾਂ ਅੰਦਰ ਸੱਚ ਤੇ ਇਨਸਾਫ ਲਈ ਲੜਨ ਦਾ ਜਜ਼ਬਾ ਪ੍ਰਫੁੱਲਤ ਹੋ ਗਿਆ ਸੀ। ਸਾਰੇ ਵਰਗਾਂ ਅੰਦਰ ਜਥੇਬੰਦ ਹੋਣ ਤੇ ਬੇਇਨਸਾਫੀ ਵਿਰੁੱਧ ਜੂਝਣ ਦਾ ਰੁਝਾਨ ਜ਼ੋਰ ਫੜ ਗਿਆ ਸੀ। ਅਜਿਹੇ ਮਾਹੌਲ ਵਿੱਚ ਭਾਈ ਜਸਵੰਤ ਸਿੰਘ ਨੇ ਪੰਚਾਇਤ ਸਕੱਤਰਾਂ ਦੀ ਪੰਜਾਬ ਪੱਧਰ ਦੀ ਯੂਨੀਅਨ ਬਣਾਈ ਅਤੇ ਅਫਸਰਸ਼ਾਹੀ ਵਿਰੁੱਧ ਡਟਣ ਦਾ ਹੋਕਾ ਦਿੱਤਾ। ਜਸਵੰਤ ਸਿੰਘ ਨੂੰ ਸਰਬਸੰਮਤੀ ਨਾਲ ਯੂਨੀਅਨ ਦਾ ਸੂਬਾ ਸਕੱਤਰ ਚੁਣਿਆ ਗਿਆ ਸੀ। ਯੂਨੀਅਨ ਨੇ ਸਰਕਾਰ ਦੀਆਂ ਵਧੀਕੀਆਂ ਅੱਗੇ ਈਨ ਮੰਨਣ ਦੀ ਥਾਂ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਅਕਾਲੀ ਸਰਕਾਰ ਵਿੱਚ ਸਰਦਾਰ ਆਤਮਾ ਸਿੰਘ ਕੋਲ ਪੰਚਾਇਤਾਂ ਦਾ ਮਹਿਕਮਾ ਸੀ। ਜਸਵੰਤ ਸਿੰਘ ਦੀ ਕਿਸੇ ਗੱਲੋਂ ਸਰਦਾਰ ਆਤਮਾ ਸਿੰਘ ਨਾਲ ਤਿੱਖੀ ਝੜਪ ਹੋ ਗਈ, ਜਿਸ ਕਰਕੇ ਮਿਨਿਸਟਰ ਨੇ ਹਕੂਮਤੀ ਹੈਂਕੜ ਦਿਖਾਉਂਦਿਆਂ
ਉਸ ਦੀ ਪਟਿਆਲੇ ਦੀ ਬਦਲੀ ਦੇ ਆਰਡਰ ਕਰ ਦਿੱਤੇ। ਪਰ ਜਸਵੰਤ ਸਿੰਘ ਨੇ ਹੁਕਮਰਾਨੀ ਹੈਂਕੜ ਮੂਹਰੇ ਗੋਡੇ ਟੇਕਣ ਤੋਂ ਦ੍ਰਿੜਤਾ ਨਾਲ ਇਨਕਾਰ ਕਰ ਦਿੱਤਾ। ਨਾ ਉਸਨੇ ਪਟਿਆਲੇ ਦਾ ਚਾਰਜ ਲਿਆ ਤੇ ਨਾ ਹੀ ਵਲਟੋਹੇ ਦਾ ਚਾਰਜ ਕਿਸੇ ਹੋਰ ਨੂੰ ਦਿੱਤਾ। ਜਿੰਨਾ ਚਿਰ ਆਤਮਾ ਸਿੰਘ ਮਿਨਿਸਟਰ ਰਿਹਾ, ਓਨਾ ਚਿਰ ਇਹੋ ਸਥਿਤੀ ਬਣੀ ਰਹੀ। 1980 ਵਿੱਚ ਅਕਾਲੀ ਸਰਕਾਰ ਟੁੱਟ ਗਈ ਅਤੇ ਜਸਵੰਤ ਸਿੰਘ ਨੇ ਮੁੜ ਵਲਟੋਹੇ ਡਿਊਟੀ ਦੇਣੀ ਸ਼ੁਰੂ ਕਰ ਦਿੱਤੀ। ਪਰ ਮਹਿਕਮੇ ਵਿੱਚ ਫੈਲੇ ਭ੍ਰਿਸ਼ਟਾਚਾਰ ਤੋਂ ਜਸਵੰਤ ਸਿੰਘ ਦਾ ਮਨ ਬੁਰੀ ਤਰ੍ਹਾਂ ਉਕਤਾ ਗਿਆ। ਉਹ ਨਾ ਸਿਰਫ ਭ੍ਰਿਸ਼ਟਾਚਾਰ ਵਿੱਚ ਭਾਈਵਾਲ ਬਣਨ ਤੋਂ ਇਨਕਾਰੀ ਸੀ, ਬਲਕਿ ਭ੍ਰਿਸ਼ਟਾਚਾਰ ਨਾਲ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਸੀ, ਜਿਸ ਕਰਕੇ ਅਫਸਰਾਂ, BDO ਵਗੈਰਾ ਵੱਲੋਂ ਉਸ ਨੂੰ ਘੱਟ ਤੋਂ ਘੱਟ ਪੰਚਾਇਤਾਂ ਦਿੱਤੀਆਂ ਜਾਂਦੀਆਂ ਸਨ ਅਤੇ ਪੈਰ-ਪੈਰ ਤੇ ਉਸ ਦੇ ਕੰਮਾਂ ਵਿੱਚ ਅੜਿੱਕੇ ਡਾਹੇ ਜਾਂਦੇ ਸਨ। ਇਸ ਗੱਲ ਤੋਂ ਦੁਖੀ ਹੋ ਕੇ ਉਸਨੇ 1985 ਵਿੱਚ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਅਸਤੀਫੇ ਦੇ ਪੱਤਰ ਵਿੱਚ ਜਸਵੰਤ ਸਿੰਘ ਨੇ ਮਹਿਕਮੇ ਦੀ ਅਹੀ-ਤਹੀ ਫੇਰ ਦਿੱਤੀ। ਉਸਨੇ ਲਿਖਿਆ ਸੀ ਕਿ ਮੈਂ ਪੇਂਡੂ ਸਮਾਜ ਦੀ ਸੇਵਾ ਕਰਨ ਦੀ ਭਾਵਨਾ ਨਾਲ ਪੰਚਾਇਤੀ ਮਹਿਕਮੇ ਵਿੱਚ ਨੌਕਰੀ ਨੂੰ ਤਰਜੀਹ ਦਿੱਤੀ ਸੀ, ਪਰ ਪੈਰਾਂ ਤੋਂ ਲੈ ਕੇ ਸਿਰ ਤੱਕ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਅਫਸਰਸ਼ਾਹੀ ਨੇ ਆਪਣੀ ਲੁੱਟ-ਖਸੁੱਟ ਨੂੰ ਨਿਰਵਿਘਨ ਚੱਲਦਾ ਰੱਖਣ ਲਈ ਮੇਰੇ ਰਾਹ ਵਿੱਚ ਰੋਕਾਂ ਖੜੀਆਂ ਕੀਤੀਆਂ। ਮੈਂ ਮਹਿਕਮੇ 'ਚੋਂ ਭ੍ਰਿਸ਼ਟਾਚਾਰ ਦੇ ਰੋਗ ਦੇ ਖਾਤਮੇ ਲਈ ਪੂਰਾ ਜ਼ੋਰ ਲਾਇਆ, ਪਰ ਇੱਥੇ ਤਾਂ ਸਾਰਾ ਆਵਾ ਹੀ ਉੱਤਿਆ ਹੋਇਆ ਹੈ। ਆਪਣੇ ਤਲਖ ਅਨੁਭਵ ਵਿੱਚੋਂ ਮੈਂ ਇਸ ਸਿੱਟੇ ਤੇ ਪੁੱਜਿਆ ਕਿ ਮੇਰੇ ਵਰਗਾ ਕੱਲਾ-ਦੁਕੱਲਾ ਵਿਅਕਤੀ ਇਸ ਰੋਗ ਦਾ ਇਲਾਜ ਨਹੀਂ ਕਰ ਸਕਦਾ। ਸੋ ਹੁਣ ਮੈਂ ਆਪਣਾ ਇੱਥੇ ਹੋਰ ਵੱਧ ਸਮਾਂ ਤੇ ਸ਼ਕਤੀ ਬਰਬਾਦ ਨਹੀਂ ਕਰਨਾ ਚਾਹੁੰਦਾ। ਸਮਾਜ ਤੇ ਲੋਕਾਂ ਦੀ ਜਿਹੜੀ ਸੇਵਾ ਕਰਨ ਲਈ ਮੈਂ ਇਸ ਮਹਿਕਮੇ ਵਿੱਚ ਆਇਆ ਸੀ, ਉਹ ਸੇਵਾ ਕਰਨ ਲਈ ਆਜ਼ਾਦ ਹੋਣ ਵਾਸਤੇ ਹੁਣ ਮੈਂ ਇਸ ਮਹਿਕਮੇ ਨੂੰ ਅਲਵਿਦਾ ਕਹਿਣ ਦਾ ਅੰਤਮ ਤੇ ਅਡੋਲ ਫੈਸਲਾ ਕਰ ਲਿਆ। ਜਸਵੰਤ ਸਿੰਘ ਦਾ ਇਹ ਅਸਤੀਫਾ ਮਹਿਕਮੇ ਦੇ ਅਫਸਰਾਂ ਲਈ ਗਲੇ ਦੀ ਹੱਡੀ ਬਣ ਗਿਆ ਸੀ। ਉਹ ਇਸ ਨੂੰ ਪ੍ਰਵਾਨ ਕਰਦੇ ਭਾਵੇਂ ਰੱਦ ਕਰਦੇ, ਦੋਵਾਂ ਹੀ ਹਾਲਤਾਂ ਵਿੱਚ ਇਸ ਨੂੰ ਰਿਕਾਰਡ ਵਿੱਚ ਦਰਜ ਤਾਂ ਕਰਨਾ ਹੀ ਪੈਣਾ ਸੀ। ਜਿਸ ਕਰਕੇ ਜਸਵੰਤ ਸਿੰਘ ਦੇ ਅਸਤੀਫੇ ਨੇ ਅਫਸਰਾਂ ਨੂੰ ਹੱਥਾਂ ਪੈਰਾਂ ਦੀਆਂ ਪਾ ਦਿੱਤੀਆਂ। ਉਹਨਾਂ ਨੇ ਜਸਵੰਤ ਸਿੰਘ ਅੱਗੇ ਬਹੁਤ ਵਾਸਤੇ ਪਾਏ ਕਿ ਉਹ ਇਸ ਕਸੂਤੇ ਅਸਤੀਫੇ ਨੂੰ ਵਾਪਸ ਲੈ ਕੇ ਮਰਿਆਦਾ-ਪੂਰਵਕ ਢੰਗ ਨਾਲ ਨਵਾਂ ਅਸਤੀਫਾ ਪੱਤਰ ਲਿਖੇ। ਪਰ ਜਸਵੰਤ ਸਿੰਘ ਨੇ ਅਸਤੀਫਾ ਪੱਤਰ ਵਾਪਸ ਲੈਣ ਤੋਂ ਕੋਰਾ ਜਵਾਬ ਦੇ ਦਿੱਤਾ ਸੀ, ਜਿਸ ਕਰਕੇ ਅਜੇ ਤੱਕ ਵੀ ਇਹ ਸਪਸ਼ਟ ਨਹੀਂ ਹੋਇਆ ਕਿ ਉਹ ਅਸਤੀਫਾ ਪੱਤਰ ਮਨਜ਼ੂਰ ਹੋ ਗਿਆ, ਰੱਦ ਹੋ ਗਿਆ ਜਾਂ ਉਵੇਂ ਹੀ ਪਿਆ। ਇਸੇ ਸਮੇਂ ਦੌਰਾਨ ਜਸਵੰਤ ਸਿੰਘ ਨੇ ਜ਼ੋਰਾਵਰਾਂ ਦੇ ਹੱਥੋਂ ਲੁੱਟ-ਖਸੁੱਟ ਤੇ ਜ਼ੁਲਮਾਂ ਦੇ ਸ਼ਿਕਾਰ ਮਿਹਨਤਕਸ਼ ਤੇ ਮਜ਼ਲੂਮ ਵਰਗਾਂ ਦਾ ਪੱਖ ਲੈਣ ਦੀ ਕਮਿਊਨਿਸਟ ਰਵਾਇਤ ਦਾ ਪੂਰਨ ਇਮਾਨਦਾਰੀ ਨਾਲ ਪਾਲਣ ਕੀਤਾ। ਜੇਕਰ ਕਿਸਾਨੀ ਜਿਨਸਾਂ ਦੀ ਵਿਕਰੀ ਦੌਰਾਨ ਆੜ੍ਹਤੀਆਂ ਵੱਲੋਂ ਕਿਸਾਨਾਂ ਦੀ ਲੁੱਟ ਹੁੰਦੀ ਦੇਖੀ ਤਾਂ ਇਸ ਦੇ ਖਿਲਾਫ ਕਿਸਾਨਾਂ ਨੂੰ ਲਾਮਬੰਦ ਕਰਨ ਦਾ ਬੀੜਾ ਚੁੱਕ ਲਿਆ। ਜੇਕਰ ਮੰਡੀਆਂ ਵਿੱਚ ਪੱਲੇਦਾਰਾਂ ਦੀ ਦੁਰਦਸ਼ਾ ਹੁੰਦੀ ਨਜ਼ਰ ਪਈ ਤਾਂ ਉਹਨਾਂ ਨੂੰ ਆਪਣੇ ਹੱਕਾਂ ਤੇ ਹਿੱਤਾਂ ਲਈ ਜਥੇਬੰਦ ਹੋਣ ਦੀ ਨਾ ਸਿਰਫ ਖਾਲੀ ਪ੍ਰੇਰਣਾ ਦਿੱਤੀ, ਸਗੋਂ ਬਹੁਤ ਸਾਰੀਆਂ ਮੰਡੀਆਂ ਵਿੱਚ ਪੱਲੇਦਾਰਾਂ ਦੀ ਯੂਨੀਅਨ ਬਣਾਉਣ ਦਾ ਅਮਲੀ ਕਾਰਨਾਮਾ ਵੀ ਕਰ ਦਿਖਾਇਆ। ਇਸੇ ਤਰ੍ਹਾਂ ਕੁਝ ਥਾਈਂ ਇੱਟਾਂ ਦੇ ਭੱਠਿਆਂ ਦੇ ਕੰਮ ਕਰਦੇ ਭੱਠਾ ਮਜ਼ਦੂਰਾਂ ਨੂੰ ਵੀ ਆਪਣੇ ਹੱਕਾਂ ਤੇ ਹਿੱਤਾਂ ਬਾਰੇ ਜਾਗਰੂਕ ਕੀਤਾ ਅਤੇ ਉਹਨਾਂ ਨੂੰ ਆਪਣੀ ਜਥੇਬੰਦੀ ਬਣਾਉਣ ਲਈ ਉਭਾਰਿਆ। ਜਮਹੂਰੀ ਹੱਕਾਂ ਦੀ ਰਾਖੀ ਲਈ ਸੰਘਰਸ਼। ਐਮਰਜੈਂਸੀ ਦੇ ਖਤਮ ਹੋਣ ਉਪਰੰਤ ਦੇਸ਼ ਭਰ ਵਿੱਚ ਸਰਕਾਰੀ ਜ਼ਬਰ ਦੇ ਵਿਰੁੱਧ ਵਿਆਪਕ ਰੋਹ ਪੈਦਾ ਹੋ ਗਿਆ ਸੀ। ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਮਨੁੱਖੀ ਹੱਕਾਂ ਦਾ ਜਿਸ ਕਦਰ ਘਾਣ ਕੀਤਾ ਗਿਆ ਸੀ, ਉਸ ਨਾਲ ਦੇਸ਼ ਦੇ ਲੋਕਾਂ ਅੰਦਰ ਮਨੁੱਖੀ ਹੱਕਾਂ ਦੀ ਲੋੜ ਤੇ ਅਹਿਮੀਅਤ ਬਾਰੇ ਤਿੱਖੀ ਚੇਤਨਾ ਪੈਦਾ ਹੋ ਗਈ ਸੀ। ਜ਼ਬਰ ਦੇ ਵੱਧ ਸ਼ਿਕਾਰ ਹੋਏ ਖੇਤਰਾਂ ਅੰਦਰ ਜਮਹੂਰੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਬਣਨੀਆਂ ਸ਼ੁਰੂ ਹੋ ਗਈਆਂ ਸਨ। ਇਸ ਸੰਦਰਭ ਅੰਦਰ ਭਾਈ ਜਸਵੰਤ ਸਿੰਘ ਖਾਲੜਾ ਨੇ ਨਰੋਈ ਪਹਿਲ ਕਦਮੀ ਕਰਦੇ ਹੋਏ ਪੰਜਾਬ ਅੰਦਰ ਜਮਹੂਰੀ ਹੱਕਾਂ ਦੀ ਰਾਖੀ ਲਈ ਯੋਗ ਮਾਹੌਲ ਸਿਰਜਣ ਦੀ ਦਿਸ਼ਾ ਵਿੱਚ ਪਹਿਲਾ ਤੇ ਮਹੱਤਵਪੂਰਨ ਕਦਮ ਪੁੱਟਦਿਆਂ 7 ਫਰਵਰੀ 1977 ਨੂੰ ਅੰਮ੍ਰਿਤਸਰ ਵਿੱਚ ਸਿਵਲ ਲਿਬਰਟੀ ਕਾਨਫਰੰਸ ਬੁਲਾਈ, ਜਿਸ ਵਿੱਚ ਵੱਖ-ਵੱਖ ਰਾਜਸੀ ਝੁਕਾਵਾਂ ਤੇ ਵਿਚਾਰਾਂ ਵਾਲੇ ਬੁਲਾਰਿਆਂ ਨੇ ਸੱਭਿਅਕ ਸਮਾਜ ਅੰਦਰ ਜਮਹੂਰੀ ਹੱਕਾਂ ਦੀ ਲੋੜ ਤੇ ਮਹੱਤਤਾ ਬਾਰੇ ਆਪੋ ਆਪਣੇ ਵਿਚਾਰ ਰੱਖੇ।
ਇਸ ਤੋਂ ਪਹਿਲਾਂ ਪੰਜਾਬ ਅੰਦਰ ਸ਼ਹਿਰੀ ਆਜ਼ਾਦੀਆਂ ਦੇ ਮੁੱਦੇ ਨੂੰ ਕਿਸੇ ਵੀ ਰਾਜਸੀ ਧਿਰ ਨੇ ਇਸ ਕਦਰ ਕੇਂਦਰੀ ਅਹਿਮੀਅਤ ਨਹੀਂ ਦਿੱਤੀ ਸੀ। ਸੋ ਇਸ ਦ੍ਰਿਸ਼ਟੀ ਤੋਂ ਭਾਈ ਜਸਵੰਤ ਸਿੰਘ ਵੱਲੋਂ ਬੁਲਾਈ ਇਹ ਕਾਨਫਰੰਸ ਇੱਕ ਮੀਲ ਪੱਥਰ ਹੋ ਗੁਜ਼ਰੀ। 1977 ਵਿੱਚ ਇੰਦਰਾ ਗਾਂਧੀ ਦੇ ਜਾਬਰ ਰਾਜ ਦਾ ਖਾਤਮਾ ਹੋ ਜਾਣ ਉਪਰੰਤ ਪੰਜਾਬ ਵਿੱਚ ਪੁਲਿਸ ਦੁਆਰਾ 1970 ਤੋਂ ਲੈ ਕੇ 1973-74 ਦੇ ਸਾਲਾਂ ਦੌਰਾਨ 100 ਦੇ ਕਰੀਬ ਨਕਸਲੀ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦੇਣ ਦੇ ਜ਼ੁਲਮੀ ਵਰਤਾਰੇ ਵਿਰੁੱਧ ਤਿੱਖਾ ਜਨਤਕ ਰੋਸ ਉੱਭਰ ਆਇਆ ਸੀ ਅਤੇ ਇਨ੍ਹਾਂ ਵਹਿਸ਼ੀ ਜ਼ੁਲਮਾਂ ਦੀ ਨਿਰਪੱਖ ਤੇ ਨਿਆਂਪੂਰਨ ਪੜਤਾਲ ਕਰਨ ਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਜ਼ੋਰ ਫੜ ਗਈ ਸੀ। ਪੰਜਾਬ ਦੇ ਲੋਕਾਂ ਦੀ ਇਸ ਜਮਹੂਰੀ ਉਮੰਗ ਨੂੰ ਪੂਰਾ ਕਰਨ ਲਈ ਅਕਤੂਬਰ 1977 ਵਿੱਚ ਪ੍ਰਸਿੱਧ ਕਾਨੂੰਨਦਾਨ ਅਤੇ ਮਨੁੱਖੀ ਹੱਕਾਂ ਦੇ ਨਿਧੜਕ ਰਖਵਾਲੇ ਜਸਟਿਸ VM ਤਾਰਕੁੰਦੇ ਦੀ ਅਗਵਾਈ ਹੇਠਾਂ ਸਿਵਲ ਰਾਈਟਸ ਕਮੇਟੀ ਪੰਜਾਬ ਬਣੀ ਸੀ। ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਤੇ ਅਰੁਣ ਸ਼ੌਰੀ ਤੋਂ ਇਲਾਵਾ ਸੁਪਰੀਮ ਕੋਰਟ ਦੇ ਵਕੀਲ ਅਸ਼ੋਕ ਪਾਂਡਾ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 2 ਸੀਨੀਅਰ ਐਡਵੋਕੇਟ ਦਾਰਾ ਸਿੰਘ ਤੇ ਰੋਸ਼ਨ ਲਾਲ ਬੱਤਾ ਇਸ ਕਮੇਟੀ ਦੇ ਮੈਂਬਰ ਸਨ। ਇਸ ਕਮੇਟੀ ਦੀ ਪਹਿਲਕਦਮੀ ਨਾਲ ਪੰਜਾਬ ਅੰਦਰ ਪੁਲਿਸ ਵੱਲੋਂ ਨਕਸਲੀ ਲਹਿਰ ਦੇ ਕਾਰਕੁਨਾਂ ਉੱਤੇ ਢਾਹੇ ਗਏ ਅਣਮਨੁੱਖੀ ਜ਼ੁਲਮਾਂ ਦੀ ਨਿਆਂਪੂਰਨ ਜਾਂਚ ਕਰਨ ਲਈ ਜਸਟਿਸ VM ਤਾਰਕੁੰਦੇ ਦੀ ਅਗਵਾਈ ਹੇਠ ਇੱਕ ਗੈਰ ਸਰਕਾਰੀ ਪੜਤਾਲੀਆ ਕਮਿਸ਼ਨ ਕਾਇਮ ਕੀਤਾ ਗਿਆ ਸੀ। ਇਸ ਕਮਿਸ਼ਨ ਨੇ ਸੰਗਰੂਰ ਜ਼ਿਲ੍ਹੇ ਦੇ ਬਰਨਾਲਾ ਕਸਬੇ ਵਿੱਚ ਖੁੱਲ੍ਹੀ ਬੈਠਕ ਕੀਤੀ, ਜਿੱਥੇ ਨਕਸਲੀ ਲਹਿਰ ਦੌਰਾਨ ਸਰਕਾਰ ਵੱਲੋਂ ਢਾਹੇ ਗਏ ਵਹਿਸ਼ੀ ਜ਼ੁਲਮਾਂ ਦੇ ਸ਼ਿਕਾਰ ਹੋਏ ਪਰਿਵਾਰਾਂ ਦੇ ਦੁੱਖੜੇ ਸੁਣੇ ਤੇ ਕਲਮਬੰਦ ਕੀਤੇ ਗਏ ਸਨ। ਜਸਵੰਤ ਸਿੰਘ ਖਾਲੜਾ ਨੇ ਇਸ ਬੈਠਕ ਨੂੰ ਜਥੇਬੰਦ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ। ਉਪਰੋਕਤ ਕਮੇਟੀ ਨੇ ਕਮਿਸ਼ਨ ਵੱਲੋਂ ਕੀਤੀ ਪੜਤਾਲ ਬਾਰੇ 20 ਸਫ਼ਿਆਂ ਦੀ ਰਿਪੋਰਟ ਤਿਆਰ ਕੀਤੀ ਸੀ, ਜਿਸ ਨੂੰ ਰੋਸ਼ਨ ਲਾਲ ਬੱਤਾ ਨੇ ਛਪਵਾ ਕੇ ਚੰਡੀਗੜ੍ਹ ਤੋਂ ਜਾਰੀ ਕੀਤਾ ਸੀ। 1980 ਵਿੱਚ ਪੰਜਾਬ ਅੰਦਰ ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਨੇ ਬੱਸ ਕਿਰਾਏ ਇੱਕੋਦਮ ਡਿਉੜੇ ਕਰ ਦਿੱਤੇ ਸਨ। ਇਸ ਦੇ ਖਿਲਾਫ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਸਰਕਾਰ ਦੇ ਵਿਰੁੱਧ ਤਿੱਖਾ ਸੰਘਰਸ਼ ਵਿੱਢ ਦਿੱਤਾ ਸੀ। ਪੰਜਾਬ ਭਰ ਅੰਦਰ ਜਗ੍ਹਾ-ਜਗ੍ਹਾ ਰੋਹ ਭਰਪੂਰ ਮੁਜ਼ਾਹਰੇ ਹੋਏ। ਸਰਕਾਰ ਨੇ ਆਪਣੇ ਜੱਦੀ ਖਾਸੇ ਅਨੁਸਾਰ ਲੋਕਾਂ ਦੇ ਹੱਕੀ ਰੋਹ ਨੂੰ ਪੁਲਿਸ ਜ਼ਬਰ ਨਾਲ ਦਬਾਉਣ ਦਾ ਯਤਨ ਕੀਤਾ, ਤਾਂ ਬਹੁਤ ਸਾਰੀਆਂ ਥਾਵਾਂ ਤੇ ਮੁਜ਼ਾਹਰਾ ਕਰਦੇ ਲੋਕਾਂ ਦੀਆਂ ਪੁਲਿਸ ਨਾਲ ਝੜਪਾਂ ਹੋਈਆਂ। ਇਸ ਦੇ ਚੱਲਦਿਆਂ ਝਬਾਲ ਵਿਖੇ ਵੀ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਪੁਲਿਸ ਨਾਲ ਟੱਕਰ ਹੋ ਗਈ। ਪੁਲਿਸ ਨੇ ਲੋਕਾਂ ਦੀ ਭੀੜ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਇੱਕ ਨੌਜਵਾਨ ਦੁਕਾਨਦਾਰ ਦੀ ਮੌਤ ਹੋ ਗਈ ਸੀ। ਨੌਜਵਾਨਾਂ ਨੇ ਗੁੱਸੇ ਵਿੱਚ ਆ ਕੇ ਥਾਣੇ ਨੂੰ ਅੱਗ ਲਾ ਦਿੱਤੀ। ਅੰਤ ਵਿੱਚ ਅੰਮ੍ਰਿਤਸਰ ਤੋਂ CRP ਨੇ ਆ ਕੇ ਹਾਲਾਤ ਉੱਤੇ ਕਾਬੂ ਪਾਇਆ ਸੀ। ਪੁਲਿਸ ਥਾਣੇ ਨੂੰ ਅੱਗ ਲਾਉਣ ਉੱਤੇ ਇੰਨਾ ਚਿੜ ਗਈ ਕਿ ਉਸਨੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਲਾਮਬੰਦ ਕਰਨ ਵਾਲੇ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਪੂਰਾ ਤਾਣ ਲਾ ਦਿੱਤਾ। ਜਸਵੰਤ ਸਿੰਘ ਦੀ ਭਾਲ ਵਿੱਚ ਉਸਦੇ ਘਰ ਛਾਪਾ ਮਾਰਿਆ, ਪਰ ਜਦੋਂ ਹੱਥ ਨਾ ਆਇਆ ਤਾਂ ਪੁਲਿਸ ਨੇ ਉਸਦੇ ਛੋਟੇ ਭਰਾ ਅਮਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਸਿਰਫ ਇੰਨਾ ਹੀ ਨਹੀਂ, ਪੁਲਿਸ ਨੇ ਭਿੱਖੀਵਿੰਡ ਬਾਜ਼ਾਰ ਵਿੱਚ ਜਸਵੰਤ ਸਿੰਘ ਵੱਲੋਂ ਆਪਣੇ ਇੱਕ ਹਿੱਸੇਦਾਰ ਨਾਲ ਰਲ ਕੇ ਖੋਲ੍ਹੀ ਟਰੈਕਟਰ ਦੇ ਪੁਰਜ਼ਿਆਂ ਦੀ ਦੁਕਾਨ ਉੱਤੇ ਜਾ ਛਾਪਾ ਮਾਰਿਆ ਅਤੇ ਜਸਵੰਤ ਸਿੰਘ ਦੇ ਹਿੱਸੇਦਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਜਸਵੰਤ ਸਿੰਘ ਝਬਾਲ ਤੋਂ ਬਚ ਕੇ ਨਿਕਲ ਜਾਣ ਉਪਰੰਤ ਅੰਮ੍ਰਿਤਸਰ ਖਾਲਸਾ ਕਾਲਜ ਵਿੱਚ ਵਿਦਿਆਰਥੀਆਂ ਦੀ ਰੈਲੀ ਕਰਾਉਣ ਚਲਾ ਗਿਆ ਸੀ, ਜਿੱਥੇ ਉਸ ਨੂੰ ਪੁਲਿਸ ਨੇ ਹੋਰਨਾਂ ਵਿਦਿਆਰਥੀਆਂ ਦੇ ਨਾਲ ਹੀ ਗ੍ਰਿਫਤਾਰ ਕਰ ਲਿਆ। ਪਰ ਉਸ ਪੁਲਿਸ ਟੋਲੀ ਨੂੰ ਉਸ ਦੀ ਪਛਾਣ ਨਾ ਹੋਣ ਕਾਰਨ ਉਸ ਨੂੰ ਹੋਰਨਾਂ ਵਿਦਿਆਰਥੀਆਂ ਦੇ ਨਾਲ ਹੀ ਪਹਿਲਾਂ ਘਰਿੰਡੇ ਥਾਣੇ ਵਿੱਚ ਲਿਜਾਇਆ ਗਿਆ ਅਤੇ ਉੱਥੋਂ ਸਿੱਧਾ ਅੰਮ੍ਰਿਤਸਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਉਧਰ ਅਮਰਜੀਤ ਸਿੰਘ ਤੇ ਹੋਰਨਾਂ ਨੂੰ ਵੀ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਜਸਵੰਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਗਭਗ 3 ਮਹੀਨੇ ਜੇਲ੍ਹ ਵਿੱਚ ਹੀ ਗੁਜ਼ਾਰੇ ਸਨ। 1981 ਦਾ ਨਵਾਂ ਸਾਲ ਜੇਲ੍ਹ ਵਿੱਚ ਹੀ ਚੜ੍ਹਿਆ ਸੀ।